ਮੇਨ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਉਹ ਹੈਗੀ ਹੈ ਇੱਕ ਹਿੰਦੂ ਸਿੱਖ ਦੀ। ਇੱਕ ਸਿੱਖ ਅਤੇ ਇੱਕ ਹਿੰਦੂ ਦੋਨਾਂ ਨੂੰ ਸੇਮ ਆਰਡਰ ਦਿੱਤੇ ਜਾਂਦੇ ਆ ਦਰਬਾਰ ਸਾਹਿਬ 'ਤੇ ਅਟੈਕ ਕਰਨ ਦੇ, ਅਤੇ ਦੋਨਾਂ ਨੇ ਸਹੁੰ ਚੱਕੀ ਆ ਫੌਜ ਦੇ ਵਿੱਚ, ਸੇਮ ਸਹੁੰ ਚੱਕੀ ਦੋਨਾਂ ਨੇ। ਹਿੰਦੂ ਉਹ ਆਰਡਰ ਰਿਫਿਊਜ਼ ਕਰ ਦਿੰਦਾ ਅਤੇ ਜਿਹੜਾ ਸਿੱਖ ਹੈਗਾ ਉਹ ਦਰਬਾਰ ਸਾਹਿਬ 'ਤੇ ਅਟੈਕ ਕਰਨ ਦੇ ਆਰਡਰ ਨੂੰ ਦੇਸ਼ ਭਗਤੀ ਮੰਨਦਾ। मैं सिख हूँ, ज़रूर हूँ, लेकिन जब हम लोग फ़ौज में भर्ती होते हैं तो हम कसम खाते हैं कि हम देश की सेवा करेंगे। हम रिलीजन, कास्ट, क्रीड किसी चीज़ का परवाह नहीं करते। ਆਰਮੀ ਰੂਲਸ 1954 ਸਰ, ਇਹਦੇ ਵਿੱਚ ਕਲੀਅਰ ਲਿਖਿਆ ਹੈਗਾ ਕਿ ਜਿਹੜੀ ਤੁਸੀਂ ਸਹੁੰ ਚੱਕ ਰਹੇ ਹੋ that you will be truly faithful and alliance to the Constitution of India। ਸੋ ਤੁਸੀਂ ਜਿਹੜਾ ਕੌਨਸਟੀਟਿਊਸ਼ਨ ਹੈਗਾ ਨਾ ਇੰਡੀਆ ਦਾ, ਆਰਮੀ ਸਹੁੰ ਕਿਸੇ ਪੋਲੀਟੀਕਲ ਲੀਡਰ ਨੂੰ ਸਰਵ ਕਰਨ ਦੀ ਜਾਂ ਦੇਸ਼ ਦੀ ਸੇਵਾ ਕਰਨ ਦੀ ਨਹੀਂ ਚੱਕਦੀ, ਉਹ ਕੌਨਸਟੀਟਿਊਸ਼ਨ ਜਿਹੜਾ ਇੰਡੀਆ ਦਾ ਹੈਗਾ ਉਹਨੂੰ ਅਪਹੈਲਡ ਕਰਨ ਦੀ ਸਹੁੰ ਚੱਕਦੀ। ਉਹ ਹੁਣ ਉਹਦੇ 'ਚੋਂ ਡਿਊਟੀ ਬਾਊਂਡ ਹੁੰਦੀ ਹੈ, ਪਰ ਇੱਕ ਹੋਰ ਵਰਡ ਹੈਗਾ ਉਸ ਸਹੁੰ ਦੇ ਵਿੱਚ ਜਿਹਨੂੰ ਡਾਕਟਰ ਸਿਨਹਾ ਨੇ ਪੜ੍ਹਿਆ ਸੀਗਾ ਅਤੇ ਜਿਹਨੂੰ ਜਨਰਲ ਬਰਾੜ ਨੇ ਇਗਨੋਰ ਕੀਤਾ। ਉਹ ਵਰਡ ਕੀ ਹੈਗਾ? ਉਹ ਵਰਡ ਹੈਗਾ ਓਬਜ਼ਰਵ। ਸੋ ਉਹਦੇ 'ਚ ਲਿਖਿਆ, ਸਹੁੰ ਜਿਹੜੀ ਹੈ ਨਾ ਉਹਦੇ 'ਚ ਲਿਖਿਆ ਕਿ ਤੁਸੀਂ ਹੁਕਮ ਦੀ ਪਾਲਣਾ ਕਰਨੀ, ਪਰ ਉਸ ਤੋਂ ਪਹਿਲਾਂ ਓਬਜ਼ਰਵ ਕਰਨਾ ਹੈਗਾ। ਸੋ ਸਿਨਹਾ ਨੇ ਇਸੇ ਓਬਜ਼ਰਵ ਵਰਡ ਦੇ ਅੰਡਰ ਆਪਣੀ ਮੇਰੇ ਹਿਸਾਬ ਨਾਲ ਇਸੇ ਓਬਜ਼ਰਵ ਵਰਡ ਦੇ ਅੰਡਰ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਿਲ ਕੇ ਦੱਸਣ ਦੀ ਸ਼ਰਤ ਰੱਖੀ ਸੀਗੀ ਕਿ ਮੈਂ ਇੰਦਰਾ ਗਾਂਧੀ ਨੂੰ ਮਿਲ ਕੇ ਆਪਣੀ ਓਬਜ਼ਰਵੇਸ਼ਨ ਦੱਸਣੀ ਚਾਹੁੰਦਾ, ਆਪਣੀ ਸਬਮਿਸ਼ਨ ਦੇਣੀਆਂ ਚਾਹੁੰਦਾ ਕਿ ਜਿਹੜਾ ਆਰਡਰ ਤੁਸੀਂ ਮੈਨੂੰ ਦੇ ਰਹੇ ਹੋ ਉਹ ਸਹੀ ਨਹੀਂ ਹੈਗਾ, ਪਰ ਜੇ ਤੁਸੀਂ ਮੈਨੂੰ ਉਹਨਾਂ ਸੁਣਨ ਤੋਂ ਬਾਅਦ ਆਰਡਰ ਕਹੋਗੇ ਤਾਂ ਮੈਂ ਇਹਨੂੰ ਐਗਜ਼ੀਕਿਊਟ ਕਰ ਦੂੰਗਾ ਉਸ ਆਰਡਰ ਨੂੰ। ਅਤੇ ਇੰਦਰਾ ਗਾਂਧੀ ਨੇ ਉਹਨੂੰ ਮਿਲਣ ਤੋਂ ਮਨਾ ਕਰਤਾ, ਮਿਲੀ ਨਹੀਂ ਉਹਨੂੰ। ਸੋ ਇਨਡਾਇਰੈਕਟਲੀ ਇਹ ਕਹਿਣਾ ਕਿ ਉਹਨੇ ਆਰਡਰ ਮੰਨਣ ਤੋਂ ਮਨਾ ਕਰਤਾ ਸੀ ਗਲਤ ਆ। ਉਹਦੀ ਗੱਲ ਸੀ ਕਿ ਮੈਂ ਸਹੁੰ ਚੱਕੀ ਆ ਓਬਜ਼ਰਵ ਐਂਡ ਓਬੇ ਆਲ ਕਮਾਂਡਸ। ਸੋ ਜੇ ਤੁਸੀਂ ਓਬਜ਼ਰਵ ਨਹੀਂ ਕਰੋਗੇ ਫਿਰ ਤਾਂ ਕੱਲ੍ਹ ਨੂੰ ਤੁਹਾਡਾ ਆਫਿਸਰ ਕਹੇਗਾ ਬਈ ਆਪ 10 ਇਨੋਸੈਂਟ ਬੰਦੇ ਮਾਰ ਦੇ, ਅਤੇ ਫਿਰ ਤੁਸੀਂ ਮਾਰ ਦੋਗੇ। ਤੁਹਾਨੂੰ ਓਬਜ਼ਰਵ ਤਾਂ ਕਰਨਾ ਪਊਗਾ ਨਾ ਪਹਿਲਾਂ। ਸੋ ਜਨਰਲ ਸਿਨਹਾ ਜਿਹੜਾ ਸੀਗਾ, ਉਸ ਬੰਦੇ ਨੇ ਆਪਣੀ ਜਿਹੜੀ ਫੌਜ 'ਤੇ ਸਹੁੰ ਚੱਕੀ ਸੀ, ਉਹਨੇ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਵੈਰ ਵਿਰੋਧ ਤੋਂ ਉਹ ਨਿਭਾਈ। ਉਹਨੂੰ ਇਹਦਾ ਹਰਜਾਨਾ ਜ਼ਰੂਰ ਭੁਗਤਣਾ ਪਿਆ, ਉਹਦੀ ਪ੍ਰਮੋਸ਼ਨ ਰੁਕ ਗਈ, ਪਰ ਉਹ ਬੰਦੇ ਨੇ ਆਪਣੀ ਸਹੁੰ ਨਹੀਂ ਛੱਡੀ, ਆਪਣੀ ਡਿਊਟੀ ਨਹੀਂ ਛੱਡੀ। ਹਿੰਦੂ ਸੀ ਉਹ। ਦੂਜੇ ਪਾਸੇ ਜਨਰਲ ਬਰਾੜ ਸੀਗਾ, ਕਿਉਂਕਿ ਹਿਊਮਨ ਮਾਈਂਡ ਹੈ ਸਰ, ਬੜੇ ਲਾਲਚ ਦਿਮਾਗ 'ਚ ਆ ਜਾਂਦੇ ਕਿ ਯਾਰ ਚੱਲ ਇਟਸ ਆਲਰਾਈਟ, ਮੈਂ ਦੇਸ਼ ਭਗਤ ਬਣ ਜਾਂਦਾ। ਪਰ ਸਰ ਤੁਸੀਂ ਕਿੱਦਾਂ ਇਸ ਚੀਜ਼ ਨੂੰ ਕਿੱਦਾਂ ਦੇਸ਼ ਭਗਤੀ ਕਹੋਗੇ ਕਿ ਜਿਹੜੀ ਤੁਸੀਂ ਸਹੁੰ ਚੱਕੀ ਤੁਹਾਨੂੰ ਆਪਣੀ ਸਹੁੰ ਬਾਰੇ ਨਹੀਂ ਪਤਾ? ਸੋ ਇਹਦਾ ਇਹ ਕਹਿਣਾ ਕਿ ਮੈਂ ਦੇਸ਼ ਦੀ ਸੇਵਾ ਕਰ ਰਿਹਾ ਸੀਗਾ ਸਰਾਸਰ ਗਲਤ ਹੈ। ਇਹ ਜੇ ਕਿਸੇ ਚੀਜ਼ ਦੀ ਸੇਵਾ ਕਰ ਰਿਹਾ ਸੀਗਾ ਤਾਂ ਉਹ ਸੀ ਸ਼੍ਰੀਮਤੀ ਇੰਦਰਾ ਗਾਂਧੀ। ਇੰਦਰਾ ਗਾਂਧੀ ਦੀ ਸੇਵਾ ਕਰਨਾ ਆਰਮੀ ਦਾ ਕੰਮ ਨਹੀਂ ਸੀਗਾ ਉਸ ਵੇਲੇ। ਸੋ ਇਹਨੇ ਬੰਦੇ ਨੇ ਆਪਣੀ ਸਹੁੰ ਨੂੰ ਪਾਸੇ ਛੱਡਿਆ, ਆਪਣੇ ਕਰਤੱਵ ਨੂੰ ਪਾਸੇ ਛੱਡਿਆ, ਅਤੇ ਆਰਮੀ ਦਾ ਨਾਮ ਹਮੇਸ਼ਾ ਵਾਸਤੇ ਇਹਨੇ ਮਿੱਟੀ 'ਚ ਮਿਲਾ ਕੇ ਰੱਖਤਾ। बाहर के देश के साथ लड़ाई हो तो ठीक है, लेकिन अपनी लोगों को मारना हमको अच्छा नहीं लगता। लेकिन क्या करें अगर उन्होंने कानून को अपने हाथ में ले लिया। जब टैंकों ने श्री हरमंदिर साहिब का सीना चीरा था। ਹੁਣ ਦੂਜੀ ਗੱਲ ਇਹ ਕਰਦਾ ਹੈਗਾ ਕਿ ਵੀ ਆਰਮੀ ਦਾ ਕੰਮ ਤਾਂ ਦੁਸ਼ਮਣ ਨਾਲ ਲੜਨਾ ਹੈਗਾ, ਆਪਣੇ ਸਿਟੀਜ਼ਨ ਲੋਕਾਂ ਨੂੰ ਮਾਰਨਾ ਤਾਂ ਉਹਨਾਂ ਦਾ ਕੰਮ ਨਹੀਂ ਹੈਗਾ। ਪਰ ਕੀ ਕਰੀਏ, ਇਹਨਾਂ ਨੇ ਕਾਨੂੰਨ ਹੱਥ 'ਚ ਲੈ ਲਿਆ ਸੀਗਾ। ਹੁਣ ਇਹ ਕੌਨਸਟੀਟਿਊਸ਼ਨ ਨੂੰ ਅਪਹੈਲਡ ਕਰਨ ਦੀ ਸਹੁੰ ਚੱਕਦਾ ਹੈਗਾ, ਅਤੇ ਦੂਜੇ ਪਾਸੇ ਕਹਿੰਦਾ ਵੀ ਉਹਨਾਂ ਨੇ ਕਾਨੂੰਨ ਆਪਣੇ ਹੱਥ 'ਚ ਲੈ ਲਿਆ ਸੀਗਾ, ਤਾਂ ਕਰਕੇ ਮੈਂ ਉਹਨਾਂ ਨੂੰ ਉੱਥੇ ਅਸੀਂ ਗਏ ਸੀਗੇ। ਸਰ ਕਿਹੜਾ ਕਾਨੂੰਨ ਤੋੜਿਆ ਉਹਨਾਂ ਨੇ ਪਹਿਲਾਂ ਇਹ ਦੱਸੋ? ਉਹ ਜਿਹੜਾ ਕਾਨੂੰਨ ਉਹਨਾਂ ਨੇ ਤੋੜਿਆ
ਉਹਦੀ ਜਿਹੜੀ ਸੁਣਵਾਈ ਆ ਕੋਰਟ 'ਚ ਕਿਉਂ ਨਹੀਂ ਹੋ ਸਕੀ ਫਿਰ? ਜੇ ਉਹਦੀ ਸੁਣਵਾਈ ਕੋਰਟ 'ਚ ਨਹੀਂ ਹੋ ਸਕੀ ਤਾਂ ਫਿਰ ਆਰਮੀ ਨੂੰ ਕਿ ਕੌਨਸਟੀਟਿਊਸ਼ਨ ਦੇ ਵਿੱਚ ਕਿੱਥੋਂ ਰਾਈਟ ਮਿਲਦਾ ਕਿ ਉਹ ਉੱਥੇ ਜਾ ਕੇ ਆਪਣਾ ਆਪਰੇਸ਼ਨ ਉਹ ਕਰੇ ਜਿਹੜਾ ਉਹਨਾਂ ਨੇ ਕੀਤਾ ਉੱਥੇ, ਜਿਹਨੂੰ ਇਹ ਬਲੂ ਸਟਾਰ ਕਹਿੰਦੇ ਆ। ਅਸਲ ਦੇ ਵਿੱਚ ਜੋ ਇਹਨਾਂ ਨੇ ਕੀਤਾ ਉਹ ਇੰਟਰਨੈਸ਼ਨਲ ਵਾਰ ਕ੍ਰਾਈਮ ਆ। ਇਹ ਜਿਹੜੇ ਹੀਰੋ ਬਣੇ ਫਿਰਦੇ ਆ ਨਾ ਬਰੂਡ ਹੋਣੀ, ਇਹਨਾਂ ਨੂੰ ਤਾਂ ਜਨੀਵਾ ਦੇ ਵਿੱਚ ਇਹਨਾਂ ਦੇ ਉੱਤੇ ਤਾਂ ਵਾਰ ਕ੍ਰਾਈਮ ਦਾ ਇੱਕ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਆ, ਜਿਹੜੀ ਨਹੀਂ ਹੋਈ। ਇੰਟਰਨੈਸ਼ਨਲ ਕਮਿਊਨਿਟੀ ਦੀ ਜਿਹੜੀ ਚੁੱਪੀ ਹੈ ਨਾ ਇਸ ਸਾਰੇ ਪੰਜਾਬ ਪ੍ਰੋਬਲਮ ਦੇ ਵਿੱਚ, ਜਾਂ ਇੰਡੀਆ ਪੰਜਾਬ ਪ੍ਰੋਬਲਮ ਦਾ ਨਹੀਂ ਮੈਂ ਕਹੂੰਗਾ, ਕਿ ਇੰਡੀਆ ਦਾ ਜਿਹੜਾ ਹੋਲ ਸਿਸਟਮ ਆ ਹਿਊਮਨ ਰਾਈਟਸ ਨੂੰ ਖੁੱਲ੍ਹੇ ਡੁੱਲੇ ਦਿਲ ਨਾਲ ਅਬਿਊਜ਼ ਕਰਦਾ ਹੈਗਾ। ਡਾਕੂਮੈਂਟ ਨਹੀਂ ਕਰੇਗਾ, ਡਾਕੂਮੈਂਟ ਨਹੀਂ ਹੋਏਗਾ, ਰਿਕਾਰਡ ਨਹੀਂ ਬਣੇਗਾ, ਕੋਈ ਮੰਗੇਗਾ ਨਹੀਂ ਤਾਂ ਆਪਾਂ ਵਿਹਲੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਹਿਊਮਨ ਰਾਈਟ ਅਬਿਊਜ਼ ਦੇ ਵਿੱਚ ਇੰਡੀਆ ਦਾ ਕੋਈ ਜਵਾਬ ਨਹੀਂ। ਪਰ ਇਸ ਵੀਡੀਓ ਦਾ ਜਿਹੜਾ ਮਕਸਦ ਸੀਗਾ ਉਹ ਸੀਗਾ ਜਨਰਲ ਬਰਾੜ ਦੀ ਸਹੁੰ। ਸੋ ਇਹ ਚੀਜ਼ ਆਪਾਂ ਕਲੀਅਰ ਕਰ ਚੁੱਕੇ ਹਾਂ। ਜਿਹੜਾ ਵਰਡ ਓਬਜ਼ਰਵ ਹੈਗਾ ਨਾ, ਸਿਨਹਾ ਨੇ ਤਾਂ ਪੜ੍ਹਿਆ ਸੀਗਾ, ਪਰ ਮਿਸਟਰ ਬਰਾੜ ਨੇ ਉਹ ਵਰਡ ਨਹੀਂ ਪੜ੍ਹਿਆ ਸੀਗਾ। ਸੋ ਇੱਕ ਹਿੰਦੂ ਅਤੇ ਇੱਕ ਸਿੱਖ। ਸੋ ਗੱਲ ਇਹ ਨਹੀਂ ਹੈ ਕਿ ਹਿੰਦੂ ਅਤੇ ਸਿੱਖ ਜਿਹੜਾ ਹੈਗਾ, ਗੱਲ ਇਹ ਕੁਐਸਚਨ ਹੈਗਾ ਇਗਨੋਰੈਂਸ। ਜਿਹੜਾ ਪੜ੍ਹਿਆ, ਜਿਹੜਾ ਬੰਦਾ ਅਵੇਅਰ ਹੈਗਾ ਨਾ, ਉਹ ਇਸ ਚੀਜ਼ ਨੂੰ ਕੰਡੈਮ ਕਰੇਗਾ। ਜਿਹੜਾ ਬੰਦਾ ਅਨਪੜ੍ਹ ਹੈਗਾ ਜਾਂ ਜਿਹਨੂੰ ਪੂਰੀ ਗੱਲ ਪਤਾ ਨਹੀਂ ਹੈਗੀ, ਬਰਾੜ ਵਰਗਾ, ਜਿਹਦੇ ਕੰਨ 'ਚ ਗੱਲ ਪਾ ਦਿੱਤੀ ਜਾਂਦੀ ਉਹ ਮੰਨ ਲੈਂਦਾ, ਉਹ ਬੰਦੇ ਇਹਨਾਂ ਚੀਜ਼ਾਂ ਨੂੰ ਕੰਡੈਮ ਨਹੀਂ ਕਰਦੇ, ਉਹ ਇਹਨਾਂ ਚੀਜ਼ਾਂ 'ਤੇ ਐਕਟ ਕਰਦੇ ਆ। ਸੋ ਆਈ ਥਿੰਕ ਪ੍ਰੋਬਲਮ ਇੱਥੇ ਹੈਗੀ ਹੈ ਮਾਈਂਡ ਸੈੱਟ ਦੀ। ਜਨਤਾ ਅਵੇਅਰ ਨਹੀਂ ਹੈਗੀ। ਜਨਤਾ ਅਵੇਅਰ ਤਾਂ ਨਹੀਂ ਹੈਗੀ ਕਿਉਂਕਿ ਉਹਨੂੰ ਅਵੇਅਰ ਕੀਤਾ ਨਹੀਂ ਜਾ ਰਿਹਾ। ਉਹਨਾਂ ਨੂੰ ਇਹ ਪੜ੍ਹਾਇਆ ਜਾ ਰਿਹਾ ਮਹਾਤਮਾ ਗਾਂਧੀ ਬਹੁਤ ਚੰਗਾ ਸੀ ਅਤੇ ਇੰਦਰਾ ਗਾਂਧੀ ਬਹੁਤ ਚੰਗੀ ਸੀ, ਰਾਜੀਵ ਗਾਂਧੀ ਬਹੁਤ ਚੰਗਾ ਸੀ, ਚਾਹੇ ਉਹਨੇ ਜੈਨੋਸਾਈਡ ਕਰਾਇਆ ਸੀਗਾ। ਸੋ ਮੁੱਕਦੀ ਗੱਲ ਇਸ ਵੀਡੀਓ ਵਾਸਤੇ ਹੈ ਕਿ ਸਰ ਜਿਹੜਾ ਬਰਾੜ ਸਾਹਿਬ ਹੈਗੇ ਆ, ਬਰਾੜ ਸਾਹਿਬ ਨੂੰ ਦੱਸਣਾ ਚਾਹੀਦਾ। ਉਹ ਕਹਿੰਦੇ ਵੀ ਕਿਹੜਾ ਕਾਨੂੰਨ ਤੋੜਿਆ, ਵੀ ਜਿਹੜੀ ਤੁਹਾਡੀ ਸਹੁੰ ਹੈਗੀ ਆ, ਜਿਹੜੀ ਤੁਸੀਂ ਸਹੁੰ ਚੱਕੀ ਸੀਗੀ, ਉਹਦੇ ਵਿੱਚ ਓਬਜ਼ਰਵ ਜਿਹੜਾ ਵਰਡ ਹੈਗਾ ਉਹਦਾ ਮਤਲਬ ਕੀ ਆ? ਸੋ ਦੱਸਣ ਮਾੜਾ ਜਿਹਾ ਵੀ ਤੁਸੀਂ ਓਬਜ਼ਰਵ ਨਹੀਂ ਕੀਤਾ ਆਰਡਰ, ਵੀ ਕੌਨਸਟੀਟਿਊਸ਼ਨ ਦੀ ਕਿਹੜੀ ਬ੍ਰੀਚ ਕੀਤੀ ਸੀ। ਉੱਥੇ ਜਿਹੜੇ ਸਿਟੀਜ਼ਨ ਸੀਗੇ, ਇੰਡੀਆ ਦੇ ਸਿਟੀਜ਼ਨ ਜਿਹੜੇ ਉੱਥੇ ਸੀਗੇ, ਉਹਨਾਂ ਨੇ ਕੌਨਸਟੀਟਿਊਸ਼ਨ ਦੀ ਐਸੀ ਕਿਹੜੀ ਬ੍ਰੀਚ ਕੀਤੀ ਸੀ ਜਿਹੜੀ ਫੌਜ ਨੂੰ ਇਹ ਰਾਈਟ ਦਿੰਦੀ ਹੈ ਉੱਥੇ ਜਾ ਕੇ ਜੋ ਵੀ ਤੁਸੀਂ ਉਹ ਕਰੋ ਜੋ ਤੁਸੀਂ ਕੀਤਾ ਉੱਥੇ ਜਾ ਕੇ। ਸੋ ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।